ਹੈਲੋ एवरीवन ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਦੇ ਵਿੱਚ। ਅੱਜ ਜੋ ਟੌਪਿਕ ਆਪਾਂ ਕੈਸ਼ ਫਲੋ ਸਟੇਟਮੈਂਟ ਦਾ ਲੈ ਕੇ ਆਏ ਆ ਉਹ ਕੈਸ਼ ਫਲੋ ਸਟੇਟਮੈਂਟ ਦੀ 6ਵੀਂ ਵੀਡੀਓ ਆ। ਪਿਛਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡੈਪਰੀਸ਼ੀਏਸ਼ਨ ਦੇ ਨਾਲ ਰਿਲੇਟਡ ਤੇ ਪ੍ਰੋਵੀਜ਼ਨ ਫॉर ਟੈਕਸ ਦੇ ਨਾਲ ਰਿਲੇਟਡ ਜਿਹੜੀਆਂ ਐਡਜਸਟਮੈਂਟਸ ਕਰਵਾਈਆਂ ਸੀਗੀਆਂ। ਸੋ ਅੱਜ ਕੈਸ਼ ਫਲੋ ਸਟੇਟਮੈਂਟ ਦੇ ਨਾਲ ਰਿਲੇਟਡ ਜਿਹੜਾ ਵਾ ਉਹ ਹੀ ਐਡਜਸਟਮੈਂਟ ਜਿਹੜੀਆਂ ਥੋੜ੍ਹੀਆਂ ਜਿਹੀਆਂ ਤੁਹਾਨੂੰ ਇਸ ਕੁਐਸਚਨ ਦੇ ਵਿੱਚ ਵੇਖਣ ਨੂੰ ਮਿਲਣਗੀਆਂ। ਥੋੜਾ ਜਿਹਾ ਡਿਫਿਕਲਟੀ ਲੈਵਲ ਜਿਹੜਾ ਮੈਂ ਇਸ ਕੁਐਸਚਨ ਦੇ ਵਿੱਚ ਵਧਾਊਂਗਾ। ਉਸ ਤੋਂ ਬਾਅਦ ਜਿਵੇਂ ਜਿਵੇਂ ਕੁਐਸਚਨ ਅੱਗੇ ਕਰਾਂਗੇ ਉਸ ਤਰੀਕੇ ਦੇ ਨਾਲ ਤੁਹਾਨੂੰ ਜਿਹੜੀਆਂ ਐਡਜਸਟਮੈਂਟਸ ਜਿਹੜੀਆਂ ਉਹ ਕਲੀਅਰ ਕਰਵਾਈਆਂ ਜਾਣਗੀਆਂ। ਸੋ ਕੁਐਸਚਨ ਤੁਹਾਨੂੰ ਮੇਰੇ ਲੈਫਟ ਸਾਈਡ ਤੇ ਸ਼ੋ ਹੋ ਰਿਹਾ ਹੋਏਗਾ। ਤੁਸੀਂ ਕੁਐਸਚਨ ਨਾਲ ਧਿਆਨ ਰੱਖਿਓ ਕਿਉਂਕਿ ਮੈਂ ਇੱਥੇ ਸ਼ੋ ਕਰ ਦੂੰਗਾ ਕੁਐਸਚਨ। ਤੁਸੀਂ ਕੁਐਸਚਨ ਦੇ ਵਿੱਚੋਂ ਸਾਰੀਆਂ ਫਿਗਰਸ ਜਿਹੜੀਆਂ ਦੇਖੀ ਜਾਇਓ। ਸਭ ਤੋਂ ਪਹਿਲਾਂ ਕੁਐਸਚਨ ਦੇ ਵਿੱਚ ਜੇਕਰ ਆਪਾਂ ਇਕੁਇਟੀ ਐਂਡ ਲਾਇਬਿਲਿਟੀ ਸਾਈਡ ਵੇਖੀਏ ਉਹਦੇ ਵਿੱਚ ਸ਼ੇਅਰ ਕੈਪੀਟਲ ਨਜ਼ਰ ਆ ਰਿਹਾ ਜੀ। ਸ਼ੇਅਰ ਕੈਪੀਟਲ ਇਨ ਫਾਈਨੈਂਸਿੰਗ ਦਾ ਪਾਰਟ ਹੈ। ਜਨਰਲ ਰਿਜ਼ਰਵ ਇਹ ਵਰਕਿੰਗ ਨੋਟ ਦਾ ਪਾर्ट है। स्टेटमेंट ऑफ P&L ये भी वर्किंग नोट का पार्ट है। ट्रेड क्रेडिटर्स ये ऑपरेटिंग के विच करंट लाइबिलिटी है, ये ऑपरेटिंग के विच जाएगी। उस तो बाद जे एसेट साइड पे आइए, एसेट साइड के प्रॉपर्टी प्लांट एंड इक्विपमेंट दिता है। सो प्रॉपर्टी प्लांट इक्विपमेंट तुहाडा फिक्स्ड एसेट्स है, सो ये इन्वेस्टिंग का पार्ट है। उस तो बाद स्टॉक डेटर्स ये दोने करंट एसेट्स ने, ये तुहाडे ऑपरेटिंग का पार्ट है। उस तो बाद कैश ਜਿਹੜਾ ਹੈ ਤੁਹਾਡਾ कैश एंड कैश इक्विवेलेंट ਦਾ ਪਾर्ट है। सो क्वेश्चन स्टार्ट ਕਰਨ ਤੋਂ ਪਹਿਲਾਂ ਜੇਕਰ ਆਪਾਂ ਕੈਸ਼ ਨੂੰ ਦੇਖੀਏ, ਕੈਸ਼ 2009 ਦੇ ਵਿੱਚ 4000 ਸੀਗਾ, 2010 ਦੇ ਵਿੱਚ 5000 ਹੋ ਗਿਆ। ਮਤਲਬ ਕੈਸ਼ ਦੇ ਵਿੱਚ 1000 ਦਾ ਡਿਫਰੈਂਸ ਹੈ। 4000 ਟੂ 5000 ਮਤਲਬ 1000 ਨਾ ਕੈਸ਼ ਜਿਹੜਾ ਇਨਕਰੀਜ਼ ਹੋਇਆ। ਸੋ ਆਪਣਾ ਆਨਸਰ ਜਿਹੜਾ ਵਾ ਉਹ ਪਲੱਸ ਦੇ ਵਿੱਚ 1000 ਆਏਗਾ, ਯਾਨੀ ਨੈਟ ਇਨਕਰੀਜ਼ ਇਨ ਕੈਸ਼ ਐਂਡ ਕੈਸ਼ ਇਕੁਇਵਲੈਂਟ ਆਏਗਾ 1000 ਨਾਲ। ਸੋ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਹੀ ਇਹਦਾ ਆਨਸਰ ਸਾਨੂੰ ਪਤਾ ਲੱਗ ਗਿਆ। उस तो बाद लास्ट आइटम है जी प्रीलिमिनरी एक्सपेंसिस। प्रीलिमिनरी एक्सपेंसिस ਜਿਹੜੇ ਆ ਰਾਈਟ ਆਫ ਹੋ ਰਹੇ ਆ, ਇਹ 1000 ਦੇ ਨਾਲ ਘਟ ਰਹੇ ਆ, ਲੈਸ ਹੋ ਰਹੇ ਆ। ਸੋ ਇਹ ਰਾਈਟ ਆਫ ਹੋਣਗੇ। ਸੋ ਇਹ ਕਿੱਥੇ ਜਾਣਗੇ? ਇਹ ਤੁਹਾਡੇ ਨਾਨ ਆਪਰੇਟਿੰਗ ਆਈਟਮਸ ਦੇ ਵਿੱਚ ਐਡਜਸਟਮੈਂਟਸ ਦੇ ਵਿੱਚ ਜਿਹੜਾ ਵਾ ਐਡ ਕੀਤਾ ਜਾਏਗਾ। ਉਸ ਤੋਂ ਬਾਅਦ ਜੇਕਰ ਆਪਾਂ ਐਡੀਸ਼ਨਲ ਇਨਫੋਰਮੇਸ਼ਨ ਵੇਖੀਏ, ਸਾਨੂੰ ਦੋ ਚੀਜ਼ਾਂ ਦਿੱਤੀਆਂ ਹੋਈਆਂ, ਦੋ ਪੁਆਇੰਟ ਦਿੱਤੇ ਹੋਏ ਆ। ਪਹਿਲੇ ਪੁਆਇੰਟ ਦੇ ਵਿੱਚ ਡੈਪਰੀਸ਼ੀਏਸ਼ਨ ਦਿੱਤੀ ਹੋਈ ਆ ਪ੍ਰੋਪਰਟੀ ਪਲਾਂਟ ਐਂਡ ਇਕਵਿਪਮੈਂਟ ਦੇ ਉੱਪਰ। ਇਹ ਦਿੱਤੀ ਹੋਈ ਆ 2009-10 ਦੇ ਵਿੱਚ 20000, ਯਾਨੀ ਡੈਪਰੀਸ਼ੀਏਸ਼ਨ ਤੁਹਾਨੂੰ ਦਿੱਤੀ ਹੋਈ ਹੈ ਪ੍ਰੋਪਰਟੀ ਪਲਾਂਟ ਇਕਵਿਪਮੈਂਟ ਦੀ 20000। ਸੋ ਸਭ ਤੋਂ ਪਹਿਲਾਂ ਜੇਕਰ ਇਹ ਕੁਐਸਚਨ ਸਟਾਰਟ ਕਰਨਾ ਹੋਵੇ ਤਾਂ ਆਪਾਂ ਸਭ ਤੋਂ ਪਹਿਲਾਂ ਐਸੈਟ ਅਕਾਊਂਟ ਬਣਾ ਕੇ ਜਿਹੜਾ ਵਾ, ਯਾਨੀ ਪ੍ਰੋਪਰਟੀ ਪਲਾਂਟ ਐਂਡ ਇਕਵਿਪਮੈਂਟ ਦਾ ਅਕਾਊਂਟ ਬਣਾ ਕੇ ਆਪਾਂ ਉਹਦੇ ਵਿੱਚ ਪਰਚੇਜ਼ ਜਾਂ ਸੇਲ ਜਿਹੜੀ ਉੱਥੋਂ ਕਰ ਲਾਂਗੇ। ਉਸ ਤੋਂ ਬਾਅਦ ਕੁਐਸਚਨ ਸਟਾਰਟ ਕਰਾਂਗੇ। ਸੋ ਵਰਕਿੰਗ ਨੋਟ ਵਾਲਾ ਪਾਰਟ ਸਾਰਾ ਖਤਮ ਕਰਕੇ ਉਹਦੇ ਬਾਅਦ ਕੁਐਸਚਨ ਸਟਾਰਟ ਕੀਤਾ ਜਾਏਗਾ। ਸੋ ਸੈਕੰਡ ਪੁਆਇੰਟ ਦਿੱਤਾ ਹੋਇਆ ਜੀ, ਇਨਕਮ ਟੈਕਸ 5000 ਹੈਜ਼ ਬੀਨ ਪੇਡ ਇਨ ਐਡਵਾਂਸ ਡਿਊਰਿੰਗ ਦਾ ਈਅਰ। ਇਨਕਮ ਟੈਕਸ 5000 ਜਿਹੜਾ ਐਡਵਾਂਸ ਦੇ ਵਿੱਚ ਪੇ ਕੀਤਾ ਗਿਆ ਸਾਲ ਦੇ ਵਿੱਚ। ਸੋ ਇਹ ਇਨਕਮ ਟੈਕਸ ਦੋ ਜਗ੍ਹਾ ਤੇ ਜਾਏਗਾ। ਇੱਕ ਤੇ ਜਾਏਗਾ ਜਿੱਥੇ ਅਸੀਂ ਵਰਕਿੰਗ ਨੋਟ ਦੇ ਵਿੱਚ ਜਿਹੜਾ ਵਾ ਇਹ ਐਡ ਕੀਤਾ ਜਾਊਗਾ ਇਨਕਮ ਟੈਕਸ। ਤੇ ਉਸ ਤੋਂ ਬਾਅਦ ਆਪਰੇਟਿੰਗ ਦੇ ਵਿੱਚ ਵੀ ਜਿਹੜਾ ਵਾ ਇਨਕਮ ਟੈਕਸ ਜਿਹੜਾ ਵਾ ਕੈਸ਼ ਜਨਰੇਟਡ ਤੋਂ ਬਾਅਦ ਜਿਹੜਾ ਵਾ ਇਹ ਲੈਸ ਕੀਤਾ ਜਾਏਗਾ। ਸੋ ਵਰਕਿੰਗ ਨੋਟ 'ਚ ਐਡ ਹੋ ਗਿਆ ਤੇ ਆਪਰੇਟਿੰਗ ਦੇ ਵਿੱਚ ਲੈਸ ਹੋ ਗਿਆ। ਸੋ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਜੀ ਪ੍ਰੋਪਰਟੀ ਪਲਾਂਟ ਇਕਵਿਪਮੈਂਟ ਦਾ ਅਕਾਊਂਟ ਬਣਾ ਲਈ। ਤੇ ਇਹ ਦੇਖ ਲਈਏ ਕਿ ਪ੍ਰੋਪਰਟੀ ਪਲਾਂਟ ਇਕਵਿਪਮੈਂਟ ਕਿੰਨੇ ਦੀ ਪਰਚੇਜ਼ ਹੈ ਜਾਂ ਕਿੰਨੇ ਦੀ ਸੇਲ ਹੈ। ਸੋ ਇਸ ਅਕਾਊਂਟ ਤੋਂ ਤੁਹਾਨੂੰ ਪਤਾ ਲੱਗ ਜਾਏਗਾ। ਮੈਂ ਥੋੜੀ ਜਿਹੀ ਘੱਟ ਜਗ੍ਹਾ ਘੇਰਨ ਦੀ ਕੋਸ਼ਿਸ਼ ਕਰੂੰਗਾ ਤਾਂ ਕਿ ਬਾਕੀ ਵਰਕਿੰਗ ਨੋਟ ਵੀ ਜਿਹੜੇ ਤੁਹਾਡੇ ਐਸੇ ਤਰੀਕੇ ਦੇ ਨਾਲ ਬਣਾਏ ਜਾਣ। ਸੋ ਸਭ ਤੋਂ ਪਹਿਲਾਂ ਜਿਵੇਂ ਮੈਂ ਤੁਹਾਨੂੰ ਸਿਖਾਇਆ ਸੀਗਾ ਕਿ ਜਦੋਂ ਵੀ ਆਪਾਂ ਕੋਈ ਐਸੈਟ ਅਕਾਊਂਟ ਬਣਾਉਂਦੇ ਆ, ਐਸੈਟ ਅਕਾਊਂਟ ਦਾ ਜਿਹੜਾ ਬੈਲੈਂਸ ਹੈ ਉਹ ਡੈਬਿਟ ਸਾਈਡ ਤੋਂ ਸ਼ੁਰੂ ਹੁੰਦਾ। ਟੂ ਬੈਲੈਂਸ ਬ੍ਰੌਟ ਡਾਊਨ ਤੇ ਬਾਏ ਬੈਲੈਂਸ ਕੈਰੀਡ ਡਾਊਨ। ਹੁਣ ਦੇਖਦੇ ਹਾਂ ਜੀ ਸਾਲ ਦੇ ਸ਼ੁਰੂ ਵਾਲਾ ਇੱਧਰ ਆਏਗਾ। ਸੋ ਪ੍ਰੋਪਰਟੀ ਪਲਾਂਟ ਇਕਵਿਪਮੈਂਟ ਜਿਹੜਾ ਸਾਲ ਦੇ ਸ਼ੁਰੂ ਦੇ ਵਿੱਚ ਸੀਗਾ ਆਪਣਾ 93,400 93,400। ਉਸ ਤੋਂ ਬਾਅਦ ਸਾਲ ਦੇ ਐਂਡ ਤੇ 1,66,000 1,66,000 ਤੇ ਉਸ ਤੋਂ ਬਾਅਦ ਡੈਪਰੀਸ਼ੀਏਸ਼ਨ ਦਿੱਤੀ ਹੋਈ ਹੈ ਜੀ। ਡੈਪਰੀਸ਼ੀਏਸ਼ਨ ਜਿਵੇਂ ਕਿ ਡੈਪਰੀਸ਼ੀਏਸ਼ਨ ਹੁੰਦੀ ਹੈ ਕ੍ਰੈਡਿਟ ਸਾਈਡ ਤੇ ਡੈਪਰੀਸ਼ੀਏਸ਼ਨ ਦੇ ਨਾਲ ਤੋਂ ਹੀ। ਸੋ ਡੈਪਰੀਸ਼ੀਏਸ਼ਨ ਆਪਣੀ ਦਿੱਤੀ ਹੋਈ ਹੈ ਇਹਦੇ ਉੱਪਰ 20000 ਦੀ। ਸੋ 20000 ਇੱਧਰ ਆ ਜਾਏਗਾ। ਹੁਣ ਜਸਟ ਕੀ ਕਰਨਾ ਆਪਾਂ ਨੂੰ, ਇਹਦਾ ਸਿਰਫ ਬੈਲੈਂਸਿੰਗ ਕਰਨੀ ਹੈ। ਬੈਲੈਂਸ ਦੇਖਣਾ ਵਾ ਕੀ ਹੁੰਦਾ। 166 ਤੇ 20000 ਹੋ ਗਿਆ ਜੀ 186। 186 ਦੇ ਵਿੱਚੋਂ 93,400 ਜਿਹੜਾ ਲੈਸ ਕੀਤਾ ਜਾਊਗਾ। ਸੋ ਇਹ ਤੁਹਾਡਾ ਹੋਣਾ ਚਾਹੀਦਾ ਹੈ
वैसे कैलकुलेटर की वरतों जी जरूर करो, कैलकुलेटर के नाल ही तुसीं जिहड़ा वा कैलकुलेशन करनी है। सो 1,86,000 के विचों 93,400 लैस करन तो बाद 92,600 92,600 ये तुहाडा इत्थे बैलेंसिंग फिगर निकल के आई है, जिन्होंने आपां कहांगे जी टू बैंक अकाउंट्स। ये की निकलिया, ये तुहाडा परचेज निकलिया जी। सो इस फिगर को याद रखियो, क्योंकि आ बैलेंस कितने नहीं जाना, आ बैलेंस कितने नहीं जाना। दो चीज़ां है जी, एक डेप्रीशिएशन आ, ये चलेगी तुहाडी ऑपरेटिंग दे विच नॉन कैश आइटम दे विच प्लस होने वास्ते, ते उस तो बाद जिहड़ी परचेज आ, ये परचेज तुहाडी इन्वेस्टिंग एक्टिविटी दे विच जाएगी। सो याद रखियो, ये इन्वेस्टिंग का पार्ट है, ये ऑपरेटिंग का पार्ट है। सो इस तरीके के नाल आपां लेके जावांगे। हुण तुसीं ये अमाउंट किते नोट कर लिओ, क्योंकि मैं इत्थों ये रब कर दिंदे आ। उस तो बाद जिहड़ी दूसरी जिहड़ी कैलकुलेशन है अपनी, दूसरी कैलकुलेशन अपनी होएगी वर्किंग नोट जो बनाना है, आप जी कैलकुलेशन करनी है नैट प्रॉफिट बिफोर टैक्स की। सो आप वर्किंग नोट भी बना लिए। कैलकुलेशन ऑफ नैट प्रॉफिट बिफोर टैक्स। सब तो पहला की किया जाएगा, नैट प्रॉफिट आफ्टर टैक्स लिया जाएगा। एक किमें लिया जाएगा, करंट ईयर के विचों प्रीवियस ईयर माइनस करके, मतलब 2010 का जो P&L तुहानूं दिता होया, 2010 के P&L के विचों 2009 का P&L लैस करके ये अमाउंट जो इत्थे लिखा जाएगा। सो 2010 के विच अमाउंट सीगा 30,000 ते 2009 के विच 20,000। सो डिफरेंस है जी 10,000 का प्लस के विच। सो 10,000 आ गया जी अपना नैट प्रॉफिट आफ्टर टैक्स। हुण नैट प्रॉफिट आफ्टर टैक्स के विच ऐड होने वाली जिवें तुहानूं मैं करवाया सीगा टिप का फॉर्मूला, ट्रांसफर टू जनरल रिजर्व, इंटरिम डिविडेंड, प्रोविजन फॉर टैक्स या प्रपोज डिविडेंड। सो ये चार चीज़ां जिहड़ियां ऐड होंदियां। सो उन्होंने विचों देखते हैं किहड़ी आइटम अपने को अवेलेबल है। सो हुण इत्थे जनरल रिजर्व नज़र आ रहा जी, जनरल रिजर्व 30,000 सीगा 55,000 हो गया, मतलब 25,000 के नाल इंक्रीज होया। सो 25,000 ऐड किया जाऊगा ट्रांसफर टू जनरल रिजर्व 25,000। सो 25,000 जनरल रिजर्व का ऐड हो गया। इस तो अलावा एक चीज़ हो रहा है, इनकम टैक्स जो एडवांस के पे किया गया 5,000। सो एडवांस इनकम टैक्स, या इन्होंने लिख लो जी, इनकम टैक्स ही लिख लो बेशक, इनकम टैक्स पे किया गया, इनकम टैक्स पेड कितना पे किया गया 5,000। सो 5,000 इनकम टैक्स पे किया गया। सो हुण जेकर इन्होंने टोटल करिए आप 25 10 35 35 5 40 40,000 अपना की आ गया नेट प्रॉफिट बिफोर टैक्स एंड एक्स्ट्रा ऑर्डिनरी आइटम्स। सो आ फिगर याद रखियो, ये फिगर तो हुण आपां कैश फ्लो स्टेटमेंट का क्वेश्चन जिहड़ा शुरू करांगे। सो हुण अपने को पहली आइटम जिहड़ी आ वो आ चुकी है। सो हुण क्वेश्चन डिस्कस करने तो बाद हुण इहनूं शुरू करते हैं जी कैश फ्लो स्टेटमेंट। बाकी जो चीज़ां आपां नूं चाहीदियां सीगियां हम साइड ते लिख लियां, जिवें परचेज आपां करनी सीगी प्रॉपर्टी प्लांट इक्विपमेंट की 92,600 की, डेप्रीशिएशन जिहड़ा अपने कोल 20,000 है जी, ते नैट प्रॉफिट बिफोर टैक्स की कैलकुलेशन जिहड़ी है वो 40,000 कर ली है। याद रखियो वर्किंग नोट भी तुहानूं क्वेश्चन दे विच बनाउणे बहुत जरूरी है, क्योंकि उहदे भी तुहानूं मार्क्स मिलणगे। सो जदों कैश फ्लो स्टेटमेंट बनाउणा वर्किंग नोट जरूर ऐड करें, बनाने बहुत जरूरी है। सो स्टार्ट करेंगे जी क्वेश्चन, परफॉर्मा तुहाडे सामने रेडी है। सब तो पहले जिवें तुहानूं पता ही है जी, कैश फ्लो फ्रॉम ऑपरेटिंग एक्टिविटी, इस तो क्वेश्चन शुरू होगा तुहाडा। क्वेश्चन स्टार्ट होगा नैट प्रॉफिट बिफोर टैक्स को, नैट प्रॉफिट बिफोर टैक्स एंड एक्सट्राऑर्डिनरी आइटम तुसीं कढिया 40,000। सो 40,000 को तुहाडा क्वेश्चन स्टार्ट होगा इधर। सो 40,000 तुहाडा प्लस दे विच आ गया। इस तो बाद 40,000 तो बाद तुसीं हुण एडजस्टमेंट्स करनी है। ये एडजस्टमेंट्स किहड़ियां ने, ये एडजस्टमेंट्स या ऐड होणगियां या लैस होणगियां। ये एडजस्टमेंट्स ने, एडजस्टमेंट्स फॉर नॉन कैश या नॉन ऑपरेटिंग आइटम्स के नाल रिलेटेड है। हुण अपने कोल एक ते डेप्रीशिएशन दिता होया जिहड़ा कि नॉन कैश आइटम है, एक प्रीलिमिनरी एक्सपेंसिस जिहड़े तुसीं बैलेंस शीट दे विच तुसीं देख सकदे हो कि प्रीलिमिनरी एक्सपेंसिस एसेट साइड ते राइट ऑफ हो रहा है, एक वो चीज़ है। ये दो आइटम जिहड़ियां तुहाडीआं नॉन ऑपरेटिंग नॉन कैश दे विच ऐड होणगियां दोने। सो सब तो पहले आपां लिख लेंगे डेप्रीशिएशन, डेप्रीशिएशन ऑन प्रॉपर्टी प्लांट
एंड इक्विपमेंट। ये तो हम दी हुई है डेप्रीशिएशन 20,000, सो 20,000 ये डेप्रीशिएशन ऐड होएगा। उस तो बाद प्रिलिमिनरी एक्सपेंसिस भी देख लिए। प्रिलिमिनरी एक्सपेंसिस किन्ने ना राइट ऑफ हो रहा जी, ये तुसीं लिख लो इतने अमाउंट 1000, क्योंकि 1000 के नाल राइट ऑफ हो रहा है। सो आ 1000 ये आ गया। हुण इस तो बाद इनू ऐड किया जाएगा तो ऐड करके जो वैल्यू अपने सामने आई है वो है जी 40,000, 20,000, 60, 60 तो 61, 61,000 जो अमाउंट आपको मिल गया। ये अमाउंट की है, इनू आप हैडिंग पावांगे ऑपरेटिंग प्रॉफिट बिफोर वर्किंग कैपिटल चेंजेस। ये तो उन्होंने हैडिंग मिल चुकी है। इस तो बाद हम करंट एसेट्स ते करंट लाइबिलिटी के नाल रिलेटेड जो भी आइटम्स होंगे वो सारे दे सारियां आप उन्होंने या ऐड करांगे या लेस करांगे। हम देखते हैं कि अपने को किहड़े-किहड़े करंट लाइबिलिटीज ने। इत्थे एक ही करंट लाइबिलिटी है ट्रेड क्रेडिटर्स। सो ट्रेड क्रेडिटर्स नूं जेकर देखा जाए, ट्रेड क्रेडिटर्स इंक्रीज हो रहा 17 तो 22 4600 ਦੇ ਨਾਲ ਇੰਕਰੀਜ਼ ਹੋਇਆ 4600। ਸੋ ਇਹਨੂੰ ਤੁਸੀਂ ਲਿਖ ਲਓ इंक्रीज इन ट्रेड क्रेडिटर्स। तो जिवें मैं तुहानू एक फॉर्मूला दस्सिया सीगा भी जेकर लाइबिलिटी इंक्रीज होंदी है तो इनू इंक्रीज करना वा, जो लाइबिलिटी डिक्रीज होगी तो इनू डिक्रीज करना। सो सीधा रिलेशन है, डायरैक्ट रिलेशनशिप है। लेकिन जे करंट एसेट्स होगा ना, करंट एसेट्स के केस के उल्टा करांगे। जे करंट एसेट इंक्रीज होंदा होगा तो इत्थे लैस होगा, जे डिक्रीज होंदा होगा तो इत्थे ऐड होगा। सो हुण जिद्दां इत्थे लाइबिलिटी लिखी आपां, सो ये ट्रेड क्रेडिटर्स जो इंक्रीज होएगा तो इनू भी आप इंक्रीज करना बढ़ाना। सो ये 4600 के नाल 4600 ये ऐड किया जाऊगा। उस तो बाद नैक्सट आइटम जी अपने को करंट असेट्स आ गई अपने को स्टॉक। स्टॉक 22,000 सीगा 26,000 हो गया, यानी 4,000 के नाल इंक्रीज होया। सो सब तो पहले आप लिख लेंगे जी इंक्रीज इन स्टॉक। इंक्रीज इन स्टॉक, इंक्रीज इन स्टॉक हुण स्टॉक इंक्रीज होया वधिया। सो ये इंक्रीज होया इहनूं घटाउणा है, यानी 4,000 लैस किया जाएगा। उस तो बाद डेटर्स जेकर आप देखिए, डेटर्स भी जो 36,000 सीगे 39,000 के हो गए। ये भी 3,000 के नाल 3,000 के नाल इंक्रीज होया। सो इहनूं भी आप लिख लीए सेम जो स्टॉक के नाल कीता इहदे नाल भी इदां ही इंक्रीज इन डेटर्स 3,000 के नाल ये भी लैस किया जाऊगा। सो हुण जो अपने को अमाउंट निकल के सामने आऊगा ये अमाउंट है जी 58,600। इनू कैलकुलेटर के नाल तुसीं कर लियो। मैं टाइम बचाने के लिए जो डायरैक्ट कर रहा। सो ये जो अमाउंट तुहाडे कोल निकल के आया सामने, इनू आपां कहांगे कैश जनरेटेड फ्रॉम ऑपरेटिंग, कैश जनरेटेड फ्रॉम ऑपरेटिंग एक्टिविटी। सो कैश जनरेटेड। इस तो बाद एडवांस इनकम टैक्स जो तुसीं पे किया सीगा वो इहदे विचों लैस कर दो। सो इनकम टैक्स विचों लैस किया जाऊगा जी। इनकम टैक्स का अमाउंट सीगा 5,000। सो 5,000 इहदे विचों लैस किया जाऊगा। जो अमाउंट अपने को सामने निकल के आया 53,600। ये अमाउंट कैश फ्लो फ्रॉम ऑपरेटिंग एक्टिविटी है। हम पहला अमाउंट आपको मिल गया पहला। उस तो बाद नेक्स्ट बी, बी हेडिंग का जो जी कैश फ्लो फ्रॉम इन्वेस्टिंग एक्टिविटी। हुण इन्वेस्टिंग एक्टिविटी के अपने को की आऊगा फिक्स्ड असेट्स आउणगियां ते नॉन करंट इन्वेस्टमेंट्स आउणगियां। हुण देखते हैं जी फिक्स्ड असेट्स अपने सामने परचेज ऑफ फिक्स्ड असेट्स आप करिए। प्रॉपर्टी प्लांट एंड इक्विपमेंट 92,600 पहला इनू लिख लीए। परचेज ऑफ प्रॉपर्टी प्लांट एंड इक्विपमेंट्स ये आ गया 92,600। जेकर परचेज है तो याद रखियो ब्रैकेट के अंदर ये तो आउटफ्लो है। तो इस तो अलावा मेरे ख्याल ना कोई होर आइटम नहीं है।
ਸੋ 92,600 ਤੁਹਾਡਾ ਮਾਈਨਸ ਦੇ ਵਿੱਚ ਜੋ ਅਮਾਉਂਟ ਆਇਆ ਇਹੋ ਹੀ ਅਮਾਉਂਟ ਤੁਹਾਡਾ ਇਧਰ ਬਾਹਰ ਨਿਕਲ ਜੇਗਾ 92,600 ਮਾਈਨਸ ਦੇ ਵਿੱਚ। ਸੋ ਇਹ ਮਾਈਨਸ ਦੇ ਵਿੱਚ ਆਇਆ, ਸੋ ਇਹਨੂੰ ਲਿਖਾਂਗੇ ਆਪਾਂ ਕੈਸ਼ ਯੂਜ਼ਡ ਇਨ ਇਨਵੈਸਟਿੰਗ एक्टिविटी, कैश यूज्ड इन इन्वेस्टिंग एक्टिविटी। सो ये ਤੁਹਾਡਾ कैश यूज्ड आ गया इन्वेस्टिंग एक्टिविटी ਦਾ। ਹੁਣ ਆਪਣੇ ਕੋਲ ਸਿਰਫ ਇੱਕ ਲਾਸਟ ਹੈਡਿੰਗ ਰਹਿ ਗਈ ਹੈ। ਲਾਸਟ ਹੈਡਿੰਗ ਤੁਹਾਡੇ ਕੋਲ कैश फ्लो फ्रॉम फाइनेंसिंग एक्टिविटी, ਇਹ ਹੁਣ ਤੁਹਾਡੀ ਲਾਸਟ ਹੈਡਿੰਗ ਹੈ। ਇਹਦੇ ਵਿੱਚ ਸਾਰੇ ਦੇ ਸਾਰੇ ਜਿੰਨੇ ਵੀ ਸ਼ੇਅਰ ਕੈਪੀਟਲ ਆਊਗੀ, ਸ਼ੇਅਰ ਕੈਪੀਟਲ ਤੋਂ ਇਲਾਵਾ ਜੇ ਕੋਈ ਲੋਨ ਆ, ਜੇ ਕੋਈ ਡਿਬੈਂਚਰ ਆ, ਜੇ ਕੋਈ ਪ੍ਰੈਫਰੈਂਸ ਸ਼ੇਅਰ ਕੈਪੀਟਲ ਆ, ਉਹ ਸਾਰੀਆਂ ਚੀਜ਼ਾਂ ਇੱਥੇ ਆਉਣਗੀਆਂ। ਹੁਣ ਇੱਥੇ ਦੇਖਦੇ ਹਾਂ ਕੁਐਸਚਨ ਦੇ ਵਿੱਚ ਕੀ ਆਪਣੇ ਕੋਲ। ਜੇਕਰ ਆਪਾਂ ਲਾਇਬਿਲਿਟੀ ਸਾਈਡ ਦੇਖੀਏ ਤੇ ਇੱਕ ਹੀ ਆਈਟਮ ਹੈ ਸ਼ੇਅਰ ਕੈਪੀਟਲ। ਸੋ ਸ਼ੇਅਰ ਕੈਪੀਟਲ ਨੂੰ ਤੁਸੀਂ ਇੱਥੇ ਦੇਖੋ 90,000 ਸੀਗੀ 1,30,000 ਹੋ ਗਈ, ਮਤਲਬ 40,000 ਦੇ ਨਾਲ ਇਨਕਰੀਜ਼ ਹੋਈ ਹੈ। ਸੋ 40,000 ਦਾ ਕੀ ਆ ਗਿਆ, 40,000 ਦਾ ਇਧਰ ਇਨਕਰੀਜ਼ ਹੋਇਆ। ਸੋ ਸ਼ੇਅਰ ਕੈਪੀਟਲ ਇਨਕਰੀਜ਼ ਹੋਣ ਦਾ ਮਤਲਬ ਹੈ ਕਿ ਸ਼ੇਅਰ ਇਸ਼ੂ ਕੀਤੇ ਗਏ ਆ। ਇਹਨੂੰ ਤੁਸੀਂ ਲਿਖੋਗੇ इशू ऑफ शेयर्स, तो किन्ने दे इशू किए गए 40,000 जिन्ने ना वो इनक्रीज होया जी शेयर कैपिटल। सो 40,000 इस तो अलावा जेकर डिविडेंड पे किया होंदा फिर इत्थे आना सीगा, ते जे प्रपोज डिविडेंड होंदा इंटरम डिविडेंड होंदा वो इत्थे आना सीगा, लेकिन हुण इत्थे इस तो अलावा होर कोई आइटम नहीं है। सो ये 40,000 का 40,000 ही तुहाडा इधर बाहर निकल गया ना। ये तीसरा अमाउंट आपां नूं मिल गया 40,000। सो ये अमाउंट तुहाडा है जिन्हों का कहोगे कैश फ्लो फ्रॉम फाइनेंसिंग एक्टिविटी। ਹੁਣ ਤਿੰਨ ਅਮਾਉਂਟ ਮਿਲਣ ਤੋਂ ਬਾਅਦ ਤੁਸੀਂ ਇਹਨੂੰ ਪਲੱਸ ਜਾਂ ਮਾਈਨਸ, ਹੁਣ ਜਿਵੇਂ ਆ ਮਾਈਨਸ ਆ ਬ੍ਰੈਕਟ ਦੇ ਅੰਦਰ ਯਾਨੀ ਮਾਈਨਸ ਦੀ ਵੈਲਿਊ ਤੇ ਆ ਦੋਨੇ ਵੈਲਿਊ ਪਲੱਸ ਦੀਆਂ ਯਾਨੀ 53,000 ਤੇ 40,000 ਹੋ ਗਿਆ ਜੀ 93,600 ਤੇ 93,600 ਦੇ ਵਿੱਚੋਂ ਮੈਂ ਇਹਦੇ ਨਾਲ ਦੇ ਨਾਲ ਲਿਖ ਵੀ ਲਵਾਂ 93,600 ਦੇ ਵਿੱਚੋਂ 92,600 ਮਾਈਨਸ ਕੀਤਾ ਤੇ ਤੁਹਾਡੇ ਕੋਲ ਫਿਗਰ ਨਿਕਲ ਕੇ ਆਈ 1,000। ਤਾਂ ਮੈਂ ਤੁਹਾਨੂੰ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ ਹੀ ਦੱਸਿਆ ਸੀਗਾ ਕਿ ਆਪਾਂ ਕੈਸ਼ ਐਂਡ ਕੈਸ਼ ਇਕੁਇਵਲੈਂਟ ਦਾ ਜੇਕਰ ਬੈਲੈਂਸ ਵੇਖੀਏ ਤੇ ਤੁਹਾਨੂੰ ਉਹ ਬੈਲੈਂਸ ਜਿਹੜਾ ਵਾ 1,000 ਦੇ ਨਾਲ ਇਨਕਰੀਜ਼ ਹੋਇਆ ਸੀ। ਸੋ ਉਤੋਂ ਹੀ ਆਪਾਂ ਨੂੰ ਪਤਾ ਲੱਗ ਗਿਆ ਵੀ ਇੱਕ 1,000 ਆਪਣਾ ਆਨਸਰ ਆਉਣ ਵਾਲਾ ਹੈ। ਸੋ 1,000 ਇੱਥੇ ਆ ਗਿਆ। ਸੋ ਇੱਥੇ ਆਪਾਂ ਨੂੰ ਪਤਾ ਲੱਗ ਗਿਆ ਕਿ ਆਪਣਾ ਆਨਸਰ ਬਿਲਕੁਲ ਸਹੀ ਹੈ। ਸੋ ਇਹਨੂੰ ਆਪਾਂ ਲਿਖਾਂਗੇ ਜੇਕਰ ਅਮਾਉਂਟ ਪਲੱਸ ਦੇ ਵਿੱਚ ਆਇਆ ਸੋ ਇਹਨੂੰ ਲਿਖਿਆ ਜਾਊਗਾ ਨੈਟ ਇਨਕਰੀਜ਼ ਇਨ ਕੈਸ਼ ਐਂਡ ਕੈਸ਼ ਇਕੁਇਵਲੈਂਟ। ਮੈਨੂੰ ਪੂਰਾ ਲਿਖਣਾ ਕਿਉਂਕਿ ਹੋ ਸਕਦਾ ਕੁਝ ਬੱਚੇ ਨਵੇਂ ਹੋਣ ਜਿਨ੍ਹਾਂ ਨੂੰ ਨਾ ਪਤਾ ਲੱਗੇ। ਸੋ ਇਹਦੇ ਵਿੱਚ ਹੁਣ ਐਡ ਕੀਤਾ ਜਾਏਗਾ ਓਪਨਿੰਗ ਬੈਲੈਂਸ ਆਫ कैश एंड कैश इक्विवेलेंट। हम देखते हैं जी ओपनिंग बैलेंस कितना सी अपना। ओपनिंग बैलेंस मेरे ख्याल में 4,000 सीगा। तुसी क्वेश्चन दे विच नाल ध्यान नाल देखदे रहो। ओपनिंग बैलेंस अपने कोल है जी 4,000। सो 4,000 ओपनिंग बैलेंस आ गया। जदों दोनों ਨੂੰ ऐड ਕੀਤਾ ਤੁਹਾਡੇ ਕੋਲ 5,000 ਆਉਣਾ ਚਾਹੀਦਾ। ਇਹ ਕਿਹਦੇ ਇਕੁਅਲ ਆਉਣਾ ਚਾਹੀਦਾ ਹੈ ਜੀ, एक क्लोजिंग बैलेंस के इक्वल होना चाहिए। क्लोजिंग बैलेंस ऑफ कैश एंड कैश इक्विवेलेंस। सो ਤੁਹਾਡਾ क्वेश्चन बिल्कुल सही है क्योंकि ये फिगर बिल्कुल बराबर आई है जी। ਹੁਣ ਇਹਦੇ ਵਿੱਚ ਨਾ ਇੱਕ ਚੀਜ਼ ਧਿਆਨ ਦਿਓ, जो ਚੀਜ਼ਾਂ ਆਪਾਂ ਇਹਦੇ ਵਿੱਚ ਕੀਤੀਆਂ ਦੋ ਐਡਜਸਟਮੈਂਟ ਸੀਗੀਆਂ। ਪਹਿਲੀ ਐਡਜਸਟਮੈਂਟ ਇਹਦੇ ਵਿੱਚ ਕੀਤੀ ਆਪਾਂ ਡੈਪਰੀਸ਼ੀਏਸ਼ਨ ਦੀ ਐਡਜਸਟਮੈਂਟ ਆਪਾਂ ਕਿਵੇਂ ਕੀਤੀ ਆ, ਐਸੈਟ ਅਕਾਊਂਟ ਬਣਾ ਕੇ ਐਸੈਟ ਅਕਾਊਂਟ ਬਣਾਇਆ। ਐਸੈਟ ਅਕਾਊਂਟ ਦੇ ਵਿੱਚ ਜੋ ਬੈਲੈਂਸਿੰਗ ਫਿਗਰ ਨਿਕਲ ਕੇ ਆਈ ਆਪਣੇ ਕੋਲ ਡੈਬਿਟ ਸਾਈਡ ਤੇ ਉਹਨੂੰ ਆਪਾਂ ਟੂ ਬੈਂਕ ਦੇ ਨਾਂ ਤੋਂ ਲਿਖਿਆ। ਪਰਚੇਜ਼ ਨਿਕਲੀ ਉਹ 92,600 ਦੀ। ਇਹ 92,600 ਦੀ ਪਰਚੇਜ਼ ਤੁਸੀਂ ਇੱਥੇ ਇਨਕਲੂਡ ਕੀਤੀ ਹੈ ਇਨਵੈਸਟਿੰਗ ਐਕਟੀਵਿਟੀ ਦੇ ਵਿੱਚ। ਤੇ ਡੈਪਰੀਸ਼ੀਏਸ਼ਨ ਜਿਹੜਾ ਤੁਸੀਂ ਆਪਰੇਟਿੰਗ ਦੇ ਵਿੱਚ ਨੌਨ ਕੈਸ਼ ਆਈਟਮ ਦੇ ਵਿੱਚ ਪਲੱਸ ਕੀਤਾ। ਸੋ ਇਹ ਦੋ ਤੁਸੀਂ ਇਹਦਾ ਮਤਲਬ ਕਿ ਐਡਜਸਟਮੈਂਟਸ ਕੀਤੀਆਂ। ਉਸ ਤੋਂ ਬਾਅਦ ਜਿੰਨੇ ਵੀ ਤੁਹਾਡੇ ਵਰਕਿੰਗ ਨੋਟਸ ਨੇ ਉਹਨਾਂ ਨੂੰ ਪ੍ਰੋਪਰ ਤਰੀਕੇ ਨਾਲ ਬਣਾਇਓ। ਬਾਕੀ ਕੈਸ਼ ਫਲੋ ਸਟੇਟਮੈਂਟ ਦਾ ਕੁਐਸਚਨ ਕਰਦੇ ਹੋਏ ਯਾਦ ਰੱਖਿਓ ਕਿ ਤੁਸੀਂ ਵਰਕਿੰਗ ਨੋਟ ਤੇ ਕੁਐਸਚਨ ਨਾਲ ਦੀ ਨਾਲ ਹੀ ਕਰਨੇ ਆ। ਵਰਕਿੰਗ ਨੋਟ ਨੂੰ ਕੋਈ ਵੀ ਇਗਨੋਰ ਨਹੀਂ ਕਰੂਗਾ ਕਿਉਂਕਿ ਵਰਕਿੰਗ ਨੋਟ ਦੇ ਵੀ ਮਾਰਕਸ ਹੁੰਦੇ ਆ। ਸੋ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਕੈਸ਼ ਫਲੋ ਸਟੇਟਮੈਂਟ ਦਾ ਇਹ ਕੁਐਸਚਨ ਜਿਹੜਾ ਵਾ ਅੱਛੇ ਤਰੀਕੇ ਦੇ ਨਾਲ ਸਮਝ ਲੱਗੀ ਹੋਏਗੀ। ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਡਾਊਟ ਹੈ ਜਾਂ ਤੁਸੀਂ ਚਾਹੁੰਦੇ ਹੋ ਕਿ ਮੈਂ ਕਿਸੇ ਚੈਪਟਰ ਦੇ ਉੱਪਰ ਸਪੈਸ਼ਲ ਵੀਡੀਓ ਤਿਆਰ ਕਰਾਂ
ਜਾਂ ਕਿਸੇ ਖਾਸ ਟੌਪਿਕ ਦੇ ਉੱਪਰ ਵੀਡੀਓ ਤਿਆਰ ਕਰਾਂ, ਸੋ ਮੈਨੂੰ ਕਮੈਂਟ ਦੇ ਵਿੱਚ ਤੁਸੀਂ ਦੱਸ ਸਕਦੇ ਹੋ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ।